ਹੈਲੋ ਪਿਆਰੇ ਬੱਚਿਓ, ਵੈਲਕਮ ਟੂ ਦ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 6th ਇੰਗਲਿਸ਼ ਦਾ ਲੈਸਨ ਨੰਬਰ 8, ਜਿਸ ਦਾ ਨਾਮ ਹੈ ਆਈ ਐਮ ਰਾਈਟਿੰਗ ਅ ਲੈਟਰ। ਤੇ ਇਹ ਚੈਪਟਰ ਇੱਕ ਪੋਇਮ ਹੈ ਜਿਸ ਨੂੰ ਲਿਖਿਆ ਮਾਰਗਰੇਟ ਜੀ ਰੋਡਸ ਨੇ। ਤੇ ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਪੋਇਮ ਨੂੰ ਪੜਾਂਗੇ, ਸਮਝਾਂਗੇ ਤੇ ਇਸ ਤੋਂ ਬਾਅਦ ਇਸ ਦੇ ਕੁਐਸਚਨ ਆਨਸਰਸ ਅਤੇ ਬੈਕ ਐਕਸਰਸਾਈਜ਼ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਇਸ ਤਰ੍ਹਾਂ ਦੇ ਹੋਰ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਆਓ ਸ਼ੁਰੂ ਕਰਦੇ ਹਾਂ। ਪਹਿਲਾਂ ਅਸੀਂ ਕਰਾਂਗੇ ਔਖੇ ਸ਼ਬਦਾਂ ਦੇ ਅਰਥ। ਕਲੀਅਰਲੀ ਦਾ ਅਰਥ ਹੁੰਦਾ ਸਾਫ਼। ਐਂਸ਼ੀਅਸ ਦਾ ਅਰਥ ਹੁੰਦਾ ਫਿਕਰਮੰਦ। ਟਰੈਵਲਸ ਦਾ ਅਰਥ ਹੁੰਦਾ ਯਾਤਰਾ ਕਰਨਾ। ਬਲੌਟ ਦਾ ਵੈਸੇ ਤੇ ਅਰਥ ਹੁੰਦਾ ਹੈ ਸਿਆਹੀ ਦਾ ਧੱਬਾ, ਪਰ ਇੱਥੇ ਇਸ ਦਾ ਅਰਥ ਹੈ ਇੰਕ ਨੂੰ ਸੋਖ ਲੈਣਾ। ਐਨਵੈਲਪ ਦਾ ਅਰਥ ਹੁੰਦਾ ਲਿਫਾਫਾ। ਟਰਨ ਦਾ ਅਰਥ ਹੁੰਦਾ ਪਲਟਣਾ। ਤੇ ਇਹ ਜਿਹੜੀ ਪੋਇਮ ਹੈ ਆਈ ਐਮ ਰਾਈਟਿੰਗ ਅ ਲੈਟਰ, ਤੇ ਇਸ ਪੋਇਮ ਵਿੱਚ ਕਵਿਤਰੀ ਆਪਣੀ ਮਾਤਾ ਜੀ ਨੂੰ, ਆਪਣੀ ਮੰਮੀ ਨੂੰ ਲੈਟਰ ਲਿਖ ਰਹੀ ਹੈ। ਤੇ ਬਹੁਤ ਹੀ ਵਧੀਆ ਪੋਇਮ ਹੈ। ਆਓ ਅਸੀਂ ਨਾਲ ਦੀ ਨਾਲ ਪੜ੍ਹਦੇ ਹਾਂ ਤੇ ਇਸ ਨੂੰ ਸਮਝਦੇ ਵੀ ਹਾਂ। ਆਈ ਐਮ ਰਾਈਟਿੰਗ ਅ ਲੈਟਰ ਟੂ ਸੈਂਡ ਬਾਏ ਦ ਈਵਨਿੰਗ ਪੋਸਟ। ਤੇ ਇਸ ਵਿੱਚ ਕਵਿਤਰੀ ਕਹਿੰਦੀ ਹੈ ਕਿ ਮੈਂ ਇੱਕ ਚਿੱਠੀ ਲਿਖ ਰਹੀ ਹਾਂ ਤੇ ਇਹ ਮੈਨੂੰ ਸ਼ਾਮ ਦੀ ਡਾਕ ਰਾਹੀਂ ਭੇਜਣਾ ਹੈ। ਇਟ ਇਜ਼ ਟੂ ਦ ਪਰਸਨ ਆਈ ਕੇਅਰ ਫॉर ਦ ਮੋਸਟ। ਤੇ ਇਹ ਲੈਟਰ ਮੈਂ ਉਸ ਪਰਸਨ ਨੂੰ ਲਿਖ ਰਹੀ ਹਾਂ ਜਿਸ ਦੀ ਮੈਂ ਸਭ ਤੋਂ ਜ਼ਿਆਦਾ ਪਰਵਾਹ ਕਰਦੀ ਹਾਂ। ਰਾਈਟ ਦ ਡੇਟ ਕਲੀਅਰਲੀ ਐਂਡ ਪੁੱਟ ਦ ਰਾਈਟ ਐਡਰੈਸ ਐਂਡ ਬਿਗਿਨ ਡੀਅਰੈਸਟ ਮੰਮੀ ਡਿਡ ਐਨੀਵਨ ਗੈਸ। ਤੇ ਸਭ ਤੋਂ ਪਹਿਲਾਂ ਮੈਂ ਡੇਟ ਪਾਉਂਦੀ ਹਾਂ, ਸਾਫ਼ ਡੇਟ ਪਾਉਂਦੀ ਹਾਂ, ਤੇ ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਐਡਰੈਸ ਲਿਖਦੀ ਹਾਂ। ਤੇ ਮੈਂ ਸ਼ੁਰੂ ਕਿਸ ਤਰ੍ਹਾਂ ਕਰਦੀ ਹਾਂ, ਡੀਅਰੈਸਟ ਮੰਮੀ। ਕੀ ਕਿਸੇ ਨੇ ਗੈਸ ਕੀਤਾ ਸੀ, ਕਿ ਕਿਸੇ ਨੇ ਅੰਦਾਜ਼ਾ ਲਗਾਇਆ ਸੀ ਕਿ ਮੈਂ ਆਪਣੀ ਮੰਮੀ ਨੂੰ ਲੈਟਰ ਲਿਖ ਰਹੀ ਹਾਂ। ਮਾਈ ਨਿਊ ਪੈਨ ਟਰੈਵਲਸ ਸਲੋਲੀ ਆਲ ਡਾਊਨ ਦ ਲੌਂਗ ਸ਼ੀਟ ਬਿਕੋਜ਼ ਆਈ ਐਮ ਸੋ ਐਂਸ਼ੀਅਸ ਟੂ ਕੀਪ ਇਟ ਆਲ ਨੀਟ। ਤੇ ਉਸ ਤੋਂ ਬਾਅਦ ਕਵਿਤਰੀ ਇਹ ਲਿਖਦੀ ਹੈ ਕਿ ਉਸਦਾ ਨਵਾਂ ਪੈਨ ਲੰਬੀ ਕਾਗਜ਼ ਦੀ ਸ਼ੀਟ ਉੱਤੇ ਹੌਲੀ ਹੇਠਾਂ ਤੱਕ ਜਾਂਦਾ। ਤੇ ਹੌਲੀ ਉਹ ਕਿਉਂ ਲਿਖ ਰਹੀ ਹੈ, ਹੌਲੀ ਪੈਨ ਕਿਉਂ ਜਾ ਰਿਹਾ? ਕਿਉਂਕਿ ਉਹ ਬਹੁਤ ਐਂਸ਼ੀਅਸ ਹੈ, ਉਹ ਬਹੁਤ ਫਿਕਰਮੰਦ ਹੈ ਕਿ ਉਹ ਬਹੁਤ ਨੀਟਲੀ, ਬਹੁਤ ਹੀ ਸਾਫ਼ ਸੁਥਰੇ ਢੰਗ ਨਾਲ ਉਸ ਲੈਟਰ ਨੂੰ ਲਿਖੇ। ਆਈ ਕੇਅਰਫੁਲੀ ਬਲੌਟਡ ਟੂ ਡਰਾਈ ਅਪ ਦ ਇੰਕ, ਸੱਚ ਨਾਈਸ ਬਲੌਟਿੰਗ ਪੇਪਰ, ਦ ਕਲਰ ਇਜ਼ ਪਿੰਕ। ਤੇ ਪਹਿਲਾਂ ਦੇ ਸਮੇਂ ਵਿੱਚ ਕੀ ਹੁੰਦਾ ਸੀਗਾ ਕਿ ਇੰਕ ਨਾਲ ਜਾਂ ਇੰਕ ਪੈਨ ਦੇ ਨਾਲ ਜਿਹੜੇ ਲੈਟਰਸ ਲਿਖੇ ਜਾਂਦੇ ਸਨ, ਤੇ ਉਸ ਵਿੱਚ ਕੀ ਹੁੰਦਾ ਸੀਗਾ ਕਿ ਜਿਹੜੇ ਕਾਗਜ਼ ਵਿੱਚ ਲਿਖਿਆ ਜਾ ਰਿਹਾ ਤੇ ਉਸ ਵਿੱਚ ਨਾ ਇੰਕ ਹੈ ਉਹ ਲੱਗੀ ਰਹਿ ਜਾਂਦੀ ਸੀ। ਤੇ ਉੱਪਰੋਂ ਦੀ ਨਾ ਅਸੀਂ ਬਲੌਟਿੰਗ ਪੇਪਰ ਲੈ ਕੇ ਉਸਨੂੰ ਸੋਖਦੇ ਸੀ, ਇੰਕ ਨੂੰ ਸੋਖਦੇ ਸੀ, ਤੇ ਉਸਨੂੰ ਕਿਹਾ ਜਾਂਦਾ ਬਲੌਟ। ਤੇ ਉਹ ਪੇਪਰ ਜਿਸ ਨਾਲ ਸੋਕਿਆ ਜਾਂਦਾ ਸੀ ਇੰਕ ਨੂੰ, ਤੇ ਉਸਨੂੰ ਬਲੌਟਿੰਗ ਪੇਪਰ ਕਿਹਾ ਜਾਂਦਾ ਸੀ। ਤੇ ਉਹੀ ਇੱਥੇ ਲਿਖਿਆ ਕਿ ਮੈਂ ਬਹੁਤ ਹੀ ਧਿਆਨ ਨਾਲ ਬਲੌਟ ਕਰ ਰਹੀ ਹਾਂ, ਮੈਂ ਬਹੁਤ ਹੀ ਧਿਆਨ ਨਾਲ ਉਸ ਇੰਕ ਨੂੰ ਸੁਕਾ ਰਹੀ ਹਾਂ। ਤੇ ਇਹ ਬਲੌਟਿੰਗ ਪੇਪਰ ਕਿੰਨਾ ਵਧੀਆ, ਤੇ ਬਲੌਟਿੰਗ ਪੇਪਰ ਹੈ ਉਹ ਪਿੰਕ ਕਲਰ ਦਾ ਹੈ। ਤੇ ਹੁਣ ਅਸੀਂ ਦੇਖੀਏ ਕਿ ਕਵਿਤਰੀ ਕੀ ਧਿਆਨ ਰੱਖ ਰਹੀ ਹੈ। ਇੱਕ ਤੇ ਉਹ ਇਹ ਧਿਆਨ ਰੱਖ ਰਹੀ ਹੈ ਕਿ ਜਿਹੜਾ ਸਾਫ਼ ਸੁਥਰੀ ਰਾਈਟਿੰਗ ਵਿੱਚ ਉਹ ਲੈਟਰ ਨੂੰ ਲਿਖੇ, ਤੇ ਉਹ ਇੰਕ ਨੂੰ ਵੀ ਚੰਗੀ ਤਰ੍ਹਾਂ ਡਰਾਈ ਕਰ ਰਹੀ ਹੈ ਬਲੌਟਿੰਗ ਪੇਪਰ ਦੇ ਨਾਲ, ਤਾਂ ਜੋ ਇੰਕ ਦਾ ਨਿਸ਼ਾਨ ਵੀ ਲੈਟਰ ਤੇ ਨਾ ਆਵੇ। ਆਈ ਟਰਨ ਦ ਪੇਜ ਓਵਰ ਐਂਡ ਔਨ ਗੋਜ਼ ਮਾਈ ਪੈਨ ਟਿਲ ਲਾਸਟਲੀ ਕਮ ਕਿਸਿਸ ਦੇਅਰਸ ਜਸਟ ਰੂਮ ਫॉर 10। ਤੇ ਉਹ ਪੇਜ ਪਲਟਾ ਕੇ ਵੀ ਲਿਖਦੀ ਰਹਿੰਦੀ ਹੈ। ਤੇ ਹੁਣ ਲੈਟਰ ਵਿੱਚ ਬਹੁਤ ਹੀ ਘੱਟ ਥਾਂ ਰਹਿ ਗਈ ਹੈ। ਤੇ ਕਿਉਂਕਿ ਕਵਿਤਰੀ ਆਪਣੇ ਮਾਤਾ ਜੀ ਨੂੰ ਬਹੁਤ ਪਿਆਰ ਕਰਦੀ ਹੈ, ਤੇ ਇਸ ਕਰਕੇ ਉਸਨੇ ਲੈਟਰ ਦੇ ਉੱਪਰ ਕਿਸਿਸ ਵੀ ਬਣਾਉਣੀਆਂ ਹਨ। ਤੇ ਸਿਰਫ 10 ਕਿਸਿਸ ਦੇ ਨਿਸ਼ਾਨ ਬਣਾਉਣ ਦੀ ਥਾਂ ਰਹਿ ਗਈ ਹੈ ਉਸ ਪੇਜ ਦੇ ਉੱਪਰ, ਤੇ ਇਸ ਕਰਕੇ ਲਿਖਿਆ ਦੇਅਰਸ ਜਸਟ ਰੂਮ ਫॉर 10। ਦ ਐਨਵੈਲਪ ਇਜ਼ ਰੈਡੀ, ਆਈ ਪੁੱਟ ਦ ਸਟੈਂਪ ਔਨ ਐਂਡ ਰਨ ਟੂ ਦ ਪੋਸਟ ਬਾਕਸ ਐਂਡ ਨਾਓ ਇਟ ਹੈਜ਼ ਗੋਨ। ਤੇ ਐਨਵੈਲਪ ਲਿਫਾਫਾ ਤਿਆਰ ਹੋ ਗਿਆ ਜਿਸ ਵਿੱਚ ਚਿੱਠੀ ਪਈ ਹੋਈ ਹੈ, ਤੇ ਮੈਂ ਉਸ ਉੱਤੇ ਸਟੈਂਪ ਵੀ ਲਗਾ ਦਿੱਤੀ ਹੈ, ਤੇ ਪੋਸਟ ਬਾਕਸ ਵਿੱਚ ਜਾ ਕੇ ਲੈਟਰ ਪੋਸਟ ਕਰ ਦਿੱਤੀ ਹੈ, ਤੇ ਉਹ ਲੈਟਰ ਹੈ ਹੁਣ ਉਹ ਜਾ ਚੁੱਕੀ ਹੈ। ਤੇ ਦੋਸਤੋ, ਇਹ ਸੀਗੀ ਪੋਇਮ ਆਈ ਐਮ ਰਾਈਟਿੰਗ ਅ ਲੈਟਰ। ਤੇ ਇਸ ਪੋਇਮ ਵਿੱਚ ਅਸੀਂ ਇਹ ਦੇਖਿਆ ਕਿ ਕਵਿਤਰੀ ਨੇ ਕਿਸ ਤਰ੍ਹਾਂ ਬਹੁਤ ਹੀ ਪਿਆਰ ਨਾਲ ਆਪਣੀ ਮਾਤਾ ਜੀ ਨੂੰ ਚਿੱਠੀ ਲਿਖੀ। ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪੋਇਮ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਹੁਣ ਅਸੀਂ ਕਰਾਂਗੇ ਇਸ ਦੇ ਕੁਐਸਚਨ ਆਨਸਰਸ ਅਤੇ ਐਕਟੀਵਿਟੀਜ਼। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਐਕਟੀਵਿਟੀ 2, ਜਿਸ ਵਿੱਚ ਅਸੀਂ ਵਾਕ ਬਣਾਵਾਂਗੇ। ਮੇਕ ਸੈਂਟੈਂਸਸ। ਐਂਸ਼ੀਅਸ ਦਾ ਅਰਥ ਹੁੰਦਾ ਫਿਕਰਮੰਦ। ਹੀ ਇਜ਼ ਕੁਆਇਟ ਐਂਸ਼ੀਅਸ, ਉਹ ਬਹੁਤ ਫਿਕਰਮੰਦ ਹੈ। ਐਨਵੈਲਪ ਹੁੰਦਾ ਲਿਫਾਫਾ। ਪੁੱਟ ਦ ਲੈਟਰ ਇਨ ਦ ਐਨਵੈਲਪ, ਤੇ ਚਿੱਠੀ ਨੂੰ ਲਿਫਾਫੇ ਵਿੱਚ ਪਾ ਦਿਓ। ਬਲੌਟਿੰਗ ਪੇਪਰ, ਇੰਕ ਨੂੰ ਸੋਕਣ ਵਾਲਾ ਪੇਪਰ। ਦਿਸ ਬਲੌਟਿੰਗ ਪੇਪਰ ਇਜ਼ ਆਫ ਪਿੰਕ ਕਲਰ, ਕਿ ਇਹ ਬਲੌਟਿੰਗ ਪੇਪਰ ਪਿੰਕ ਕਲਰ ਦਾ ਹੈ, ਗੁਲਾਬੀ ਰੰਗ ਦਾ। ਤੇ ਇਹ ਸੀਗੀ ਐਕਟੀਵਿਟੀ 2। ਹੁਣ ਅਸੀਂ ਕਰਾਂਗੇ ਐਕਟੀਵਿਟੀ 3, ਕੁਐਸਚਨ ਆਨਸਰਸ। ਹੂ ਇਜ਼ ਦ ਪੋਇਟ ਰਾਈਟਿੰਗ ਦ ਲੈਟਰ ਟੂ। ਤੇ
ਜਿਹੜੀ ਕਵਿਤਰੀ ਉਹ ਲੈਟਰ ਕਿਸ ਨੂੰ ਲਿਖ ਰਹੀ ਹੈ? ਦ ਪੋਇਟ ਇਜ਼ ਰਾਈਟਿੰਗ ਦ ਲੈਟਰ ਟੂ ਹਰ ਮਦਰ। ਉਹ ਆਪਣੇ ਮਾਤਾ ਜੀ ਨੂੰ ਚਿੱਠੀ ਲਿਖ ਰਹੀ ਹੈ। ਵਟ ਡਿਡ ਦ ਪੋਇਟ ਰਾਈਟ ਔਨ ਦ ਐਨਵੈਲਪ? ਤੇ ਉਸਨੇ ਐਨਵੈਲਪ ਵਿੱਚ ਕੀ ਲਿਖਿਆ? ਦ ਪੋਇਟ ਰੋਟ ਹਰ ਮਦਰਸ ਐਡਰੈਸ ਔਨ ਦ ਐਨਵੈਲਪ। ਉਸਨੇ ਆਪਣੇ ਮਾਤਾ ਜੀ ਦਾ ਐਡਰੈਸ ਲਿਖਿਆ ਐਨਵੈਲਪ ਦੇ ਵਿੱਚ। ਵਾਈ ਵਾਜ਼ ਦ ਪੋਇਟ ਐਂਸ਼ੀਅਸ? ਕਿ ਕਵਿਤਰੀ ਹੈ ਫਿਕਰਮੰਦ ਕਿਉਂ ਹੈ? ਦ ਪੋਇਟ ਵਾਜ਼ ਐਂਸ਼ੀਅਸ ਟੂ ਰਾਈਟ ਦ ਲੈਟਰ ਨੀਟਲੀ। ਤੇ ਸਾਫ ਸੁਥਰੇ ਢੰਗ ਨਾਲ ਲੈਟਰ ਲਿਖਣ ਲਈ ਉਹ ਫਿਕਰਮੰਦ ਹੈ। ਵਟ ਇਜ਼ ਦ ਮੀਨਿੰਗ ਆਫ ਮਾਈ ਪੈਨ ਟਰੈਵਲ ਸਲੋਲੀ? ਤੇ ਇਸ ਲਾਈਨ ਦਾ ਕੀ ਅਰਥ ਹੈ? ਇਟ ਮੀਨਸ ਡੈਟ ਦ ਪੋਇਟ ਇਜ਼ ਰਾਈਟਿੰਗ ਸਲੋਲੀ ਐਂਡ ਕੇਅਰਫੁਲੀ। ਇਸ ਦਾ ਅਰਥ ਹੈ ਕਿ ਕਵਿਤਰੀ ਹੌਲੀ ਹੌਲੀ ਤੇ ਬਹੁਤ ਹੀ ਧਿਆਨ ਨਾਲ ਲੈਟਰ ਲਿਖ ਰਹੀ ਹੈ। ਅਗਲਾ ਕੁਐਸਚਨ ਹੈ, ਵਟ ਇਜ਼ ਦ ਮੀਨਿੰਗ ਆਫ ਦੇਅਰਸ ਜਸਟ ਰੂਮ ਫॉर 10? ਇਟ ਮੀਨਸ ਡੈਟ ਦੇਅਰ ਵਾਜ਼ ਸਪੇਸ ਆਫ ਓਨਲੀ 10 kisses ਇਨ ਦ ਲੈਟਰ। ਤੇ ਇਸ ਦਾ ਅਰਥ ਹੈ ਕਿ ਲੈਟਰ ਵਿੱਚ ਸਿਰਫ 10 kisses ਦੀ ਸਪੇਸ ਹੈ ਉਹ ਬਚੀ ਹੈ। ਤੇ ਡੀਅਰ ਸਟੂਡੈਂਟਸ, ਇਹ ਤਾਂ ਸੀਗਾ ਸਾਡਾ ਲਿਟਰੇਚਰ ਪਾਰਟ। ਹੁਣ ਅਸੀਂ ਕਰਾਂਗੇ ਲਰਨਿੰਗ ਲੈਂਗੁਏਜ, ਗ੍ਰਾਮਰ ਸਿੱਖਾਂਗੇ। ਤੇ ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਸਿੱਖਾਂਗੇ ਐਡਵਰਬ। ਤੇ ਐਡਵਰਬਸ ਹੁੰਦੇ ਨੇ ਐਡਜੈਕਟਿਵਸ ਆਫ ਵਰਬਸ, ਜਿਸ ਦਾ ਅਰਥ ਹੈ ਕਿ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਜਿਹੜੇ ਸ਼ਬਦ, ਉਹਨਾਂ ਨੂੰ ਐਡਵਰਬਸ ਕਿਹਾ ਜਾਂਦਾ। ਤੇ ਐਡਵਰਬਸ ਨੂੰ ਅਸੀਂ ਪੰਜਾਬੀ ਵਿੱਚ ਕਿਰਿਆ ਵਿਸ਼ੇਸ਼ਣ ਵੀ ਕਹਿੰਦੇ ਹਾਂ। ਤੇ ਅਸੀਂ ਕੁਝ ਐਗਜ਼ਾਮਪਲਸ ਕਰਾਂਗੇ ਤੇ ਸਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ। ਦ ਡੌਗ ਵਰਕਸ ਫੇਥਫੁਲੀ ਫॉर ਹਿਜ਼ ਮਾਸਟਰ। ਤੇ ਇੱਥੇ ਵਰਕਸ ਤੇ ਹੋ ਗਿਆ ਵਰਬ, ਤੇ ਕੰਮ ਹੈ ਉਹ ਕਿਸ ਤਰ੍ਹਾਂ ਹੋ ਰਿਹਾ? ਤੇ ਫੇਥਫੁਲੀ ਵਫਾਦਾਰੀ ਨਾਲ ਉਹ ਕਰ ਰਿਹਾ, ਤੇ ਫੇਥਫੁਲੀ ਹੋ ਗਿਆ ਐਡਵਰਬ। ਵੀ ਕੈਨੋਟ ਸੀ ਕਲੀਅਰਲੀ ਇਨ ਦ ਡਾਰਕ। ਤੇ ਸੀ ਹੋ ਗਿਆ ਵਰਬ ਤੇ ਕਲੀਅਰਲੀ ਹੋ ਗਿਆ ਐਡਵਰਬ, ਕਿ ਸਾਨੂੰ ਵਰਬ ਦੇ ਬਾਰੇ ਹੋਰ ਜ਼ਿਆਦਾ ਪਤਾ ਲੱਗ ਰਿਹਾ। ਦ ਓਲਡ ਮੈਨ ਇਜ਼ ਵਾਕਿੰਗ ਸਲੋਲੀ। ਤੇ ਉਹ ਕਿਸ ਤਰ੍ਹਾਂ ਚੱਲ ਰਿਹਾ? ਸਲੋਲੀ ਚੱਲ ਰਿਹਾ, ਤੇ ਸਲੋਲੀ ਹੋ ਗਿਆ ਐਡਵਰਬ। ਪਲੀਜ਼ ਡੂ ਦ ਵਰਕ ਕੇਅਰਫੁਲੀ। ਤੇ ਵਰਕ ਹੋ ਗਿਆ ਵਰਬ ਤੇ ਕੇਅਰਫੁਲੀ ਹੋ ਗਿਆ ਐਡਵਰਬ। ਤੇ ਉਸ ਤੋਂ ਬਾਅਦ ਸਾਨੂੰ ਇਹ ਦੱਸਿਆ ਗਿਆ, ਦ ਐਡਵਰਬ ਇਜ਼ ਅ ਵਰਡ ਦੈਟ ਟੈਲਸ ਅਸ ਮੋਰ ਅਬਾਊਟ ਅ ਵਰਬ। ਦ ਫੰਕਸ਼ਨ ਆਫ ਐਡਵਰਬ ਇਜ਼ ਟੂ ਐਡ ਦ ਮੀਨਿੰਗ ਟੂ ਦ ਵਰਬ। ਤੇ ਸਾਨੂੰ ਕਿਰਿਆ ਦੇ ਬਾਰੇ ਹੋਰ ਵੀ ਜ਼ਿਆਦਾ ਦੱਸਦੇ ਹਨ। ਤੇ ਕਿਸ ਤਰ੍ਹਾਂ ਕਿ ਜਿਵੇਂ ਦ ਓਲਡ ਮੈਨ ਇਜ਼ ਵਾਕਿੰਗ, ਤੇ ਸਾਨੂੰ ਇਹ ਪਤਾ ਲੱਗਿਆ ਇਸ ਸੈਂਟੈਂਸ ਤੋਂ ਕਿ ਉਹ ਵਾਕ ਕਰ ਰਿਹਾ, ਬਟ ਉਹ ਕਿਸ ਤਰ੍ਹਾਂ ਵਾਕ ਕਰ ਰਿਹਾ? ਦ ਓਲਡ ਮੈਨ ਇਜ਼ ਵਾਕਿੰਗ ਸਲੋਲੀ। ਤੇ ਇਸ ਤੋਂ ਸਾਨੂੰ ਵਰਬ ਦੇ ਬਾਰੇ ਹੋਰ ਜ਼ਿਆਦਾ ਪਤਾ ਲੱਗ ਰਿਹਾ, ਤੇ ਇਸ ਕਰਕੇ ਸਲੋਲੀ ਹੈ ਉਹ ਐਡਵਰਬ ਹੈ। ਤੇ ਮੋਸਟ ਆਫ ਦ ਐਡਵਰਬਸ ਵਿੱਚ ly ਆਉਂਦਾ ਐਂਡਿੰਗ ਵਿੱਚ, ਤੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ। ਤੇ ਇਸ ਤੋਂ ਬਾਅਦ ਪਿਕ ਆਊਟ ਐਡਵਰਬਸ ਇਨ ਦ ਫੋਲੋਇੰਗ ਸੈਂਟੈਂਸਸ। ਤੇ ਐਡਵਰਬਸ ਨੂੰ ਤੁਸੀਂ ਅੰਡਰਲਾਈਨ ਕਰ ਸਕਦੇ ਹੋ। ਦ ਡੌਗ ਬਾਰਕਡ ਲਾਊਡਲੀ, ਤੇ ਲਾਊਡਲੀ ਹੋ ਗਿਆ ਐਡਵਰਬ। ਦ ਬॉय ਟਾਕਡ ਰੂਡਲੀ, ਰੂਡਲੀ ਹੋ ਗਿਆ ਐਡਵਰਬ। ਵੀ ਸਲੀਪ ਅਰਲੀ ਐਟ ਨਾਈਟ, ਅਰਲੀ ਹੋ ਗਿਆ ਐਡਵਰਬ। ਦ ਕਿੰਗ ਟ੍ਰੀਟਡ ਹਿਸ ਪੀਪਲ ਕਾਈਂਡਲੀ, ਤੇ ਐਡਵਰਬ ਹੈ ਕਾਈਂਡਲੀ। ਤੇ ਹੁਣ ਅਸੀਂ ਐਡਵਰਬਸ ਦੇ ਬਾਰੇ ਪਤਾ ਕਰ ਲਿਆ। ਹੁਣ ਅਸੀਂ ਸਿੱਖਾਂਗੇ ਐਡਜੈਕਟਿਵਸ। ਐਡਜੈਕਟਿਵਸ ਨੂੰ ਅਸੀਂ ਕਹਿੰਦੇ ਆ ਪੰਜਾਬੀ ਵਿੱਚ ਵਿਸ਼ੇਸ਼ਣ। ਐਡਜੈਕਟਿਵਸ ਆਰ ਯੂਜ਼ਡ ਟੂ ਐਡ ਮੋਰ ਟੂ ਦ ਨਾਊਨ ਇਨ ਅ ਸੈਂਟੈਂਸ। ਇਟ ਡਿਸਕ੍ਰਾਈਬਸ ਦ ਨਾਊਨ। ਇਟ ਇਜ਼ ਆਲਸੋ ਕਾਲਡ ਦ ਡਿਸਕ੍ਰਾਈਬਿੰਗ ਵਰਡ। ਤੇ ਐਡਜੈਕਟਿਵਸ ਉਹ ਵਰਡ ਹੁੰਦੇ ਹਨ ਜੋ ਕਿ ਸਾਨੂੰ ਨਾਊਨ ਦੇ ਬਾਰੇ ਹੋਰ ਜ਼ਿਆਦਾ ਇਨਫੋਰਮੇਸ਼ਨ ਦਿੰਦੇ ਹਨ, ਜਾਂ ਨਾਊਨਸ ਦੀ ਵਿਸ਼ੇਸ਼ਤਾ ਦੱਸਦੇ ਹਨ, ਜਾਂ ਨਾਊਨਸ ਨੂੰ ਡਿਸਕ੍ਰਾਈਬ ਕਰਦੇ ਹਨ। ਜਿਵੇਂ ਕਿ ਐਗਜ਼ਾਮਪਲ ਹੈ, ਹੀ ਇਜ਼ ਅ ਬॉय, ਤੇ ਇਸ ਵਿੱਚ ਕੋਈ ਐਡਜੈਕਟਿਵ ਨਹੀਂ ਹੈ, ਤੇ ਬॉय ਇੱਕ ਨਾਊਨ ਹੈ। ਪਰ ਜੇ ਅਸੀਂ ਕਹਾਂਗੇ ਹੀ ਇਜ਼ ਅ ਟਾਲ ਬॉय, ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਬॉय ਹੈ ਉਹ ਲੰਮਾ ਬॉय ਹੈ, ਤੇ ਸਾਨੂੰ ਨਾਊਨ ਦੇ ਬਾਰੇ, ਬॉय ਦੇ ਬਾਰੇ ਹੋਰ ਜ਼ਿਆਦਾ ਪਤਾ ਲੱਗਿਆ, ਤੇ ਇਸ ਕਰਕੇ ਟਾਲ ਹੈ ਐਡਜੈਕਟਿਵ। ਰੀਨਾ ਇਜ਼ ਅ ਰਿਚ ਗਰਲ, ਤੇ ਰਿਚ ਹੋ ਗਿਆ ਐਡਜੈਕਟਿਵ। ਆਈ ਹੈਵ ਅ ਵਾਰਮ ਬਲੈਂਕਟ, ਤੇ ਵਾਰਮ ਹੋ ਗਿਆ ਐਡਜੈਕਟਿਵ। ਹੈਰੀ ਇਜ਼ ਅ ਸਟਰੋਂਗ ਬॉय, ਤੇ ਸਟਰੋਂਗ ਹੋ ਗਿਆ ਐਡਜੈਕਟਿਵ। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਐਡਜੈਕਟਿਵਸ ਨੇ ਉਹ ਨਾਊਨਸ ਨੂੰ ਡਿਸਕ੍ਰਾਈਬ ਕਰਦੇ ਹਨ। ਜਿਵੇਂ ਟਾਲ ਬॉय ਵਿੱਚ ਟਾਲ ਵਰਡ ਹੈ, ਬॉय ਨੂੰ ਡਿਸਕ੍ਰਾਈਬ ਕਰ ਰਿਹਾ, ਤੇ ਇਸ ਲਈ ਟਾਲ ਹੈ ਐਡਜੈਕਟਿਵ। ਤੇ ਇਸੇ ਤਰ੍ਹਾਂ ਹੁਣ ਅਸੀਂ ਐਕਟੀਵਿਟੀ 5 ਵਿੱਚ ਕਰਨਾ ਹੈ, ਫਾਈਂਡ ਆਊਟ any 5 describing words from the poem and write them in the space provided. Also write the word that it describes. ਤੇ example ਦਿੱਤੀ ਹੋਈ ਹੈ, once there was a big green tree, little boy played under its cool shade. ਤੇ ਹੁਣ tree ਹੈ ਨਾਊਨ ਹੈ, ਤੇ ਉਸ ਨੂੰ ਕਿਹੜੇ ਵਰਡਸ ਡਿਸਕ੍ਰਾਈਬ ਕਰ ਰਹੇ ਹਨ? ਬਿਗ ਅਤੇ ਗ੍ਰੀਨ। ਤੇ ਇਸੇ ਤਰ੍ਹਾਂ ਸ਼ੇਡ ਨੂੰ ਕਿਹੜਾ ਵਰਡ ਡਿਸਕ੍ਰਾਈਬ ਕਰ ਰਿਹਾ? ਕੂਲ। ਬॉय ਨੂੰ ਕਿਹੜਾ ਵਰਡ ਡਿਸਕ੍ਰਾਈਬ ਕਰ ਰਿਹਾ? ਲਿਟਲ। ਤੇ ਇਸੇ ਤਰ੍ਹਾਂ ਅਸੀਂ ਪੋਇਮ ਵਿੱਚੋਂ ਡਿਸਕ੍ਰਾਈਬਿੰਗ ਵਰਡਸ ਜਾਂ ਐਡਜੈਕਟਿਵਸ ਇੱਕ ਪਾਸੇ ਲਿਖਣੇ ਹਨ, ਤੇ ਦੂਜੇ ਪਾਸੇ ਡਿਸਕ੍ਰਾਈਬਡ ਵਰਡ ਜਾਂ ਨਾਊਨ ਲਿਖਣੇ ਹਨ। ਤੇ ਅਸੀਂ ਲਿਖ ਸਕਦੇ ਹਾਂ ਡੀਅਰੈਸਟ ਹੋ ਗਿਆ ਐਡਜੈਕਟਿਵ, ਤੇ ਨਾਊਨ ਹੋ ਗਿਆ ਮੰਮੀ। ਲੌਂਗ ਹੋ ਗਿਆ ਐਡਜੈਕਟਿਵ, ਤੇ ਸ਼ੀਟ ਅਸੀਂ ਲਿਖ ਸਕਦੇ ਹਾਂ ਨਾਊਨ ਵਾਲੇ ਪਾਸੇ। ਰਾਈਟ ਐਡਰੈਸ, ਨਾਈਸ ਬਲੌਟਿੰਗ ਪੇਪਰ, ਨਿਊ ਪੈਨ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 6, ਮੇਕ ਸੈਂਟੈਂਸਸ ਅਬਾਊਟ ਯੋਰਸੈਲਫ ਯੂਜ਼ਿੰਗ ਐਡਜੈਕਟਿਵਸ। ਤੇ ਆਪਣੇ ਬਾਰੇ ਤੁਸੀਂ ਸੈਂਟੈਂਸਸ ਬਣਾਉਣੇ ਹਨ ਐਡਜੈਕਟਿਵਸ ਦੀ ਵਰਤੋਂ ਕਰਕੇ। ਪਹਿਲਾਂ ਤਾਂ ਤੁਸੀਂ ਆਪਣਾ ਨਾਮ ਲਿਖਣਾ, ਜਿਵੇਂ ਮਾਈ ਨੇਮ ਇਜ਼ ਮਨਜੋਤ ਸਿੰਘ, ਆਈ ਐਮ ਅ ਸਟੂਡੈਂਟ, ਆਈ ਲਿਵ ਇਨ ਅ ਸਿਟੀ, ਤੇ ਆਈ ਹੈਵ ਅ ਸਮੋਲ ਜਾਂ ਬਿਗ ਹਾਊਸ। ਤੇ ਤੁਸੀਂ ਆਪਣੇ ਘਰ ਦੇ ਬਾਰੇ ਇੱਥੇ ਲਿਖ ਸਕਦੇ ਹੋ। ਇਟ ਇਜ਼ ਵੈਰੀ ਬਿਊਟੀਫੁਲ ਹਾਊਸ, ਆਈ ਸਟੱਡੀ ਇਨ ਅ ਗਵਰਨਮੈਂਟ ਸਕੂਲ, ਇਟ ਇਜ਼ ਦ ਬੈਸਟ ਸਕੂਲ ਇਨ ਦ ਸਿਟੀ।
ਮਾਈ ਸਕੂਲ ਹੈਜ਼ ਮੈਨੀ ਬਿਗ ਐਂਡ ਸ਼ੇਡੀ ਟਰੀਜ਼। ਤੇ ਹੁਣ ਤੇ ਅਸੀਂ ਐਡਜੈਕਟਿਵਸ ਦੇ ਬਾਰੇ ਵੀ ਪੜ੍ਹ ਲਿਆ, ਤੇ ਹੁਣ ਅਸੀਂ ਕਰਾਂਗੇ ਡਿਗਰੀਜ਼ ਆਫ ਕੰਪੈਰੀਜ਼ਨ। ਤੇ ਡਿਗਰੀਜ਼ ਆਫ ਕੰਪੈਰੀਜ਼ਨ ਪੜ੍ਹਨ ਤੋਂ ਪਹਿਲਾਂ ਅਸੀਂ 3 ਐਗਜ਼ਾਮਪਲਸ ਕਰਦੇ ਹਾਂ। ਹੈਰੀ ਇਜ਼ ਅ ਸਟਰੋਂਗ ਬॉय। ਤੇ ਇਸ ਵਿੱਚ ਸਾਨੂੰ ਪਤਾ ਲੱਗਿਆ ਕਿ ਹੈਰੀ ਇੱਕ ਸਟਰੋਂਗ ਬॉय ਹੈ, ਤੇ ਜਿਹੜਾ ਸਟਰੋਂਗ ਹੈ ਉਹ ਹੈ ਐਡਜੈਕਟਿਵ। ਤੇ ਇੱਥੇ ਅਸੀਂ ਕੰਪੈਰੀਜ਼ਨ ਨਹੀਂ ਕਰ ਰਹੇ ਹੈਰੀ ਦਾ ਕਿਸੇ ਦੇ ਨਾਲ, ਬਟ ਦੂਜੇ ਸੈਂਟੈਂਸ ਵਿੱਚ ਅਸੀਂ ਕਹਿ ਰਹੇ ਹਾਂ ਮੋਨੂ ਇਜ਼ ਸਟਰੋਂਗਰ ਦੈਨ ਹੈਰੀ, ਤੇ ਅਸੀਂ ਮੋਨੂ ਤੇ ਹੈਰੀ ਦੇ ਵਿਚਕਾਰ ਕੰਪੈਰੀਜ਼ਨ ਕਰ ਰਹੇ ਹਾਂ। ਤੇ ਅਸੀਂ ਇਹ ਕਹਿ ਰਹੇ ਕਿ ਮੋਨੂ ਜ਼ਿਆਦਾ ਸਟਰੋਂਗਰ ਹੈ ਹੈਰੀ ਤੋਂ, ਤੇ ਇਸ ਕਰਕੇ ਸਟਰੋਂਗ ਦਾ ਬਣ ਗਿਆ ਸਟਰੋਂਗਰ। ਵਿਕੀ ਇਜ਼ ਦਾ ਸਟਰੋਂਗੈਸਟ। ਤੇ ਇਸ ਸੈਂਟੈਂਸ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜਾ ਵਿਕੀ ਹੈ ਮੋਨੂ ਅਤੇ ਹੈਰੀ ਨਾਲੋਂ ਵੀ ਜ਼ਿਆਦਾ ਸਟਰੋਂਗ ਹੈ, ਤੇ ਇੱਥੇ ਸਟਰੋਂਗ ਦਾ ਬਣ ਜਾਊਗਾ ਸਟਰੋਂਗੈਸਟ। ਤੇ ਹੁਣ ਫਸਟ ਸੈਂਟੈਂਸ ਵਿੱਚ ਅਸੀਂ ਸਿਰਫ ਹੈਰੀ ਦੇ ਬਾਰੇ ਗੱਲ ਕਰ ਰਹੇ ਹਾਂ, ਤੇ ਅਸੀਂ ਯੂਜ਼ ਕਰ ਰਹੇ ਹਾਂ ਪੋਜ਼ਿਟਿਵ ਡਿਗਰੀ। ਪਰ ਜਦੋਂ ਅਸੀਂ ਦੋ ਦਾ ਕੰਪੈਰੀਜ਼ਨ ਕਰਦੇ ਹਾਂ ਕਿ ਮੋਨੂ, ਦੂਜੇ ਸੈਂਟੈਂਸ ਵਿੱਚ ਮੋਨੂ ਇਜ਼ ਸਟਰੋਂਗਰ ਦੈਨ ਹੈਰੀ, ਮੋਨੂ ਅਤੇ ਹੈਰੀ ਦਾ ਕੰਪੈਰੀਜ਼ਨ ਕਰ ਰਹੇ ਹਾਂ, ਤੇ ਇਹ ਹੋ ਗਈ ਕੰਪੈਰੀਟਿਵ ਡਿਗਰੀ। ਤੇ ਵਿਕੀ ਇਜ਼ ਅ ਸਟਰੋਂਗੈਸਟ। ਹੁਣ ਕਿਸੇ ਖਾਸ ਸਟਰੈਂਥ ਵਿੱਚ ਜਾਂ ਕਿਸੇ ਖਾਸ ਕੁਆਲਿਟੀ ਵਿੱਚ ਕੋਈ ਪਰਸਨ ਜਾਂ ਕੋਈ ਥਿੰਗ ਸਭ ਤੋਂ ਜ਼ਿਆਦਾ ਬੈਸਟ ਹੈ, ਤੇ ਉਸ ਵਾਸਤੇ ਅਸੀਂ ਸੁਪਰਲੇਟਿਵ ਡਿਗਰੀ ਯੂਜ਼ ਕਰਦੇ ਹਾਂ, ਤੇ ਇੱਥੇ ਸੁਪਰਲੇਟਿਵ ਡਿਗਰੀ ਹੈ ਸਟਰੋਂਗੈਸਟ। ਤੇ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਡਿਗਰੀ ਆਫ ਕੰਪੈਰੀਜ਼ਨ ਕੀ ਹੁੰਦਾ। ਤੇ ਅਸੀਂ ਦੇਖਦੇ ਹਾਂ ਕਿ ਪੋਜ਼ਿਟਿਵ ਡਿਗਰੀ ਵਿੱਚ ਅਸੀਂ ਕਿਸ ਤਰ੍ਹਾਂ ਲਿਖਣਾ ਹੈ, ਕੰਪੈਰੀਟਿਵ ਡਿਗਰੀ ਵਿੱਚ ਤੇ ਸੁਪਰਲੇਟਿਵ ਡਿਗਰੀ ਵਿੱਚ। ਤੇ ਪੋਜ਼ਿਟਿਵ ਡਿਗਰੀ ਅਸੀਂ ਉਦੋਂ ਯੂਜ਼ ਕਰਨੀ ਹੈ ਜਦੋਂ ਅਸੀਂ ਕਿਸੇ ਇੱਕ ਨਾਊਨ ਦੀ ਗੱਲ ਕਰਾਂਗੇ। ਕੰਪੈਰੀਟਿਵ ਡਿਗਰੀ ਅਸੀਂ ਉਦੋਂ ਯੂਜ਼ ਕਰਾਂਗੇ ਜਦੋਂ ਅਸੀਂ ਦੋ ਦਾ ਕੰਪੈਰੀਜ਼ਨ ਕਰਾਂਗੇ, ਅਤੇ ਸੁਪਰਲੇਟਿਵ ਡਿਗਰੀ ਅਸੀਂ ਉਦੋਂ ਯੂਜ਼ ਕਰਾਂਗੇ ਜਦੋਂ ਕੋਈ ਉਸ ਫੀਲਡ ਵਿੱਚ ਜਾਂ ਉਸ ਕੁਆਲਿਟੀ ਵਿੱਚ ਬੈਸਟ ਹੋਏਗਾ, ਤੇ ਉਸ ਦੀ ਗੱਲ ਅਸੀਂ ਕਰਾਂਗੇ ਤਾਂ ਯੂਜ਼ ਕਰਾਂਗੇ ਸੁਪਰਲੇਟਿਵ ਡਿਗਰੀ। ਤੇ ਜਿਵੇਂ ਸਟਰੋਂਗ, ਸਟਰੋਂਗਰ, ਸਟਰੋਂਗੈਸਟ, ਕਾਈਂਡ, ਕਾਈਂਡਰ, ਕਾਈਂਡੈਸਟ, ਲੌਂਗ, ਲੌਂਗਰ, ਲੌਂਗੈਸਟ, ਸਮॉल, ਸਮॉलਰ, ਸਮॉलेस्ट, ਸਵੀਟ, ਸਵੀਟਰ, ਸਵੀਟੈਸਟ। ਤੇ ਇਸ ਤਰ੍ਹਾਂ ਪੋਜ਼ਿਟਿਵ ਡਿਗਰੀ ਵਿੱਚ ਆਊਗਾ ਬਿਊਟੀਫੁਲ, ਕੰਪੈਰੀਟਿਵ ਵਿੱਚ ਮੋਰ ਬਿਊਟੀਫੁਲ, ਤੇ ਸੁਪਰਲੇਟਿਵ ਵਿੱਚ ਮੋਸਟ ਬਿਊਟੀਫੁਲ। ਐਕਟਿਵ, ਮੋਰ ਐਕਟਿਵ, ਮੋਸਟ ਐਕਟਿਵ, ਹੈਲਪਫੁਲ, ਮੋਸਟ ਹੈਲਪਫੁਲ। ਤੇ ਇਸ ਤਰ੍ਹਾਂ ਬੈਡ, ਵਰਸ, ਵਰਸਟ, ਗੁੱਡ, ਬੈਟਰ, ਬੈਸਟ, ਲਿਟਲ, ਲੈਸ, ਲੀਸਟ। ਤੇ ਇਸ ਤਰ੍ਹਾਂ ਬੁੱਕ ਵਿੱਚ ਜਿੰਨੇ ਵੀ ਐਗਜ਼ਾਮਪਲਸ ਦਿੱਤੇ ਹਨ, ਤੇ ਆਪ ਸਾਰੇ ਵਿਦਿਆਰਥੀ ਉਹਨਾਂ ਦੀ ਰੀਡਿੰਗ ਹੈ ਉਹ ਕਰ ਲੈਣਾ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 7। ਤੇ ਇਸ ਵਿੱਚ ਹੈ ਨਾ ਅਸੀਂ ਦੋ ਚੀਜ਼ਾਂ ਦਾ, ਟੂ ਥਿੰਗਸ ਦੇ ਵਿਚਕਾਰ ਕੰਪੈਰੀਜ਼ਨ ਕਰਨਾ, ਤੇ ਅਸੀਂ ਮੋਸਟ ਸੁਟੇਬਲ ਫਾਰਮ ਆਫ ਐਡਜੈਕਟਿਵ ਨੂੰ ਇੱਥੇ ਫਿਲ ਕਰਨਾ। ਮਾਈ ਰੂਮ ਇਜ਼ ਬਿਗਰ ਦੈਨ ਯੂਅਰਸ, ਕਿਉਂਕਿ ਅਸੀਂ ਦੋ ਦਾ ਕੰਪੈਰੀਜ਼ਨ ਕੀਤਾ ਤੇ ਆਊਗਾ ਬਿਗਰ। ਸਚਿਨ ਸਕੋਰ ਇਜ਼ ਬੈਟਰ ਦੈਨ ਸਹਿਵਾਗਸ। ਪੈਸੀਫਿਕ ਓਸ਼ੀਅਨ ਇਜ਼ ਡੀਪਰ ਦੈਨ ਦਾ ਆਰਕਟਿਕ ਓਸ਼ੀਅਨ। ਤੇ ਡਿਗਰੀ ਕੰਪੈਰੀਟਿਵ ਹੈ, ਤੇ ਇਸ ਕਰਕੇ ਡੀਪ ਦਾ ਹੋ ਜਾਊਗਾ ਡੀਪਰ, ਕਿਉਂਕਿ ਦੋ ਦਾ ਕੰਪੈਰੀਜ਼ਨ ਹੈ। ਦਾ ਆਰਕਟਿਕ ਓਸ਼ੀਅਨ ਇਜ਼ ਕੋਲਡਰ ਦੈਨ ਦਾ ਇੰਡੀਅਨ ਓਸ਼ੀਅਨ। Ravi is more polite than Sunny. My sister is taller than me. A rose is more beautiful than a marigold. The earth is larger than the moon. An ounce is less than a pound. Learning Mandarin is more difficult than learning English. ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 8। ਕੰਪਲੀਟ ਦ ਫੋਲੋਇੰਗ ਸੈਂਟੈਂਸਸ ਬਾਈ ਯੂਜ਼ਿੰਗ ਦ ਕਰੈਕਟ ਫਾਰਮ ਆਫ ਐਡਜੈਕਟਿਵ ਗਿਵਨ ਇਨ ਬੋਲਡ। ਤੇ ਐਗਜ਼ਾਮਪਲ ਦੇਖਦੇ ਹਾਂ। ਆਈ ਹੈਵ ਅ ਫਾਸਟ ਕਾਰ ਬਟ ਮਾਈ ਫਰੈਂਡਸ ਕਾਰ ਇਜ਼ ਫਾਸਟਰ, ਕਿ ਇੱਥੇ ਦੋ ਦਾ ਅਸੀਂ ਕੰਪੈਰੀਜ਼ਨ ਕੀਤਾ, ਤੇ ਇਸ ਕਰਕੇ ਫਾਸਟ ਦਾ ਹੋ ਜਾਊਗਾ ਫਾਸਟਰ। ਦਿਸ ਇਜ਼ ਅ ਨਾਈਸ ਡੌਗ, ਇਟਸ ਮਚ ਨਾਈਸਰ ਦੈਨ ਮਾਈ ਫਰੈਂਡਸ ਡੌਗ। ਹੇਅਰ ਇਜ਼ ਲਕਸ਼ਮੀ, ਸ਼ੀ ਇਜ਼ 5 years old, ਹਰ ਬ੍ਰਦਰ ਰਾਮ ਇਜ਼ 10, ਹੀ ਇਜ਼ ਓਲਡਰ, ਕਿ ਉਸ ਤੋਂ ਵੱਡਾ, ਤੇ ਇਸ ਕਰਕੇ ਓਲਡ ਦਾ ਹੋ ਜਾਊਗਾ ਓਲਡਰ। ਅਨੀਤਾ ਹੈਜ਼ ਐਨ ਇੰਟਰਸਟਿੰਗ ਹੌਬੀ ਬਟ ਮਾਈ ਸਿਸਟਰ ਹੈਜ਼ ਦਾ ਮੋਸਟ ਇੰਟਰਸਟਿੰਗ ਹੌਬੀ ਇਨ ਦਾ ਵਰਲਡ, ਕਿ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇੰਟਰਸਟਿੰਗ ਹੈ, ਤੇ ਇਸ ਕਰਕੇ ਸੁਪਰਲੇਟਿਵ ਡਿਗਰੀ ਆਊਗੀ ਮੋਸਟ ਇੰਟਰਸਟਿੰਗ। ਲਾਸਟ ਹੌਲੀਡੇ ਆਈ ਰੈਡ ਅ ਗੁੱਡ ਬੁੱਕ, ਮਾਈ ਫਾਦਰ ਗੇਵ ਮੀ ਐਨ ਈਵਨ ਬੈਟਰ ਬੁੱਕ ਲਾਸਟ ਵੀਕਐਂਡ। ਸਕੂਲ ਇਜ਼ ਬੋਰਿੰਗ ਬਟ ਹੋਮਵਰਕ ਇਜ਼ ਮੋਰ ਬੋਰਿੰਗ ਦੈਨ ਸਕੂਲ, ਤੇ ਦੋ ਦਾ ਕੰਪੈਰੀਜ਼ਨ ਹੈ, ਤੇ ਇਸ ਕਰਕੇ ਕੰਪੈਰੀਟਿਵ ਡਿਗਰੀ ਆਊਗੀ। ਸਕੇਟਬੋਰਡਿੰਗ ਇਜ਼ ਅ ਡੇਂਜਰਸ ਹੌਬੀ, ਬੰਜੀ ਜੰਪਿੰਗ ਇਜ਼ ਮੋਰ ਡੇਂਜਰਸ ਦੈਨ ਸਕੇਟਬੋਰਡਿੰਗ। The magazine is cheap, but that one is cheaper. We live in a small house, but my grandparents' house is even smaller than ours. ਤੇ ਇਹ ਸੀਗੀ ਐਕਟੀਵਿਟੀ 8। ਤੇ ਹੁਣ ਅਸੀਂ ਸਿੱਖਾਂਗੇ ਐਡਵਰਬ ਦੁਬਾਰਾ ਤੋਂ। When an adverb modifies a verb, it usually tells us how, when, where, how often, and how much the action is performed. Here are some examples. ਤੇ ਜਿਹੜੇ ਐਡਵਰਬਸ ਹੁੰਦੇ ਨੇ, ਇਹ ਸਾਨੂੰ ਇਹ ਵੀ ਦੱਸਦੇ ਹਨ ਕਿ ਜਿਹੜਾ ਐਕਸ਼ਨ ਹੈ ਉਹ how, ਕਿਸ ਤਰ੍ਹਾਂ ਹੋ ਰਿਹਾ, ਵੈਨ ਜਿਹੜਾ ਐਕਸ਼ਨ ਹੈ ਕਦੋਂ ਪਰਫੋਰਮ ਹੋ ਰਿਹਾ, ਵੇਅਰ ਕਿੱਥੇ ਪਰਫੋਰਮ ਹੋ ਰਿਹਾ, ਹਾਊ ਆਫਨ ਕਿੰਨੀ ਵਾਰੀ ਪਰਫੋਰਮ ਹੋ ਰਿਹਾ, ਤੇ ਹਾਊ ਮਚ ਕਿੰਨੀ ਮਿਕਦਾਰ ਵਿੱਚ ਪਰਫੋਰਮ ਹੋ ਰਿਹਾ, ਤੇ ਇਹ ਸਾਨੂੰ ਪਤਾ ਲੱਗਦਾ। ਤੇ ਅਸੀਂ ਐਗਜ਼ਾਮਪਲਸ ਕਰਦੇ ਹਾਂ। ਹੀ ਕ੍ਰੋਸ ਦ ਰੋਡ ਕੁਇਕਲੀ, ਤੇ ਕਿਸ ਤਰ੍ਹਾਂ ਰੋਡ ਕ੍ਰੋਸ ਕੀਤਾ, ਹਾਊ ਤੇ ਕੁਇਕਲੀ। ਸ਼ੀ ਰੈਨ ਅ ਰੇਸ ਯੈਸਟਰਡੇ, ਤੇ ਉਹਨੇ ਕਦੋਂ ਰੇਸ ਕੀਤੀ, ਵੈਨ ਯੈਸਟਰਡੇ। ਹੀ ਸੈਟ ਹੇਅਰ, ਤੇ ਉਹ ਕਿੱਥੇ ਬੈਠਾ, ਵੇਅਰ,
ਤੇ ਇਸ ਦਾ ਆਨਸਰ ਹੈ ਹੇਅਰ। ਸ਼ੀ ਗੋਜ਼ ਫॉर ਅ ਜੌਗ ਡੇਲੀ, ਤੇ ਉਹ ਮੀਨਸ ਕਿ ਕਿੰਨੇ, ਹਾਊ ਆਫਨ ਮੀਨਸ ਕਿ ਕਿੰਨੀ ਵਾਰੀ ਜੌਗ ਤੇ ਜਾਂਦੀ ਹੈ, ਤੇ ਡੇਲੀ। ਤੇ ਇਸੇ ਤਰ੍ਹਾਂ ਹਾਊ ਮਚ ਦਾ ਐਗਜ਼ਾਮਪਲ ਹੈ ਮਾਈ ਟਾਈਮਿੰਗ ਇਨ ਦਾ 100 ਮੀਟਰ ਰੇਸ ਵਾਜ਼ ਦਾ ਫਾਸਟੈਸਟ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 9, ਅੰਡਰਲਾਈਨ ਦਾ ਐਡਵਰਬਸ ਇਨ ਦਾ ਫੋਲੋਇੰਗ ਸੈਂਟੈਂਸਸ। ਸੁਨੀਤਾ ਕੈਪਡ ਹਰ ਬੈਗ ਕੇਅਰਫੁਲ ਇਨ ਦਾ ਕਪਬੋਰਡ, ਤੇ ਐਡਵਰਬ ਹੈ ਕੇਅਰਫੁਲੀ। ਉਰਮਿਲ ਵਾਕਸ ਗ੍ਰੇਸਫੁਲੀ, ਤੇ ਇੱਥੇ ਐਡਵਰਬ ਹੈ ਗ੍ਰੇਸਫੁਲੀ, ਕਿਉਂਕਿ ਵਰਬ ਹੈ ਵਾਕ, ਤੇ ਕਿਸ ਤਰ੍ਹਾਂ ਵਾਕ ਕੀਤੀ ਜਾ ਰਹੀ ਹੈ, ਗ੍ਰੇਸਫੁਲੀ। ਦ ਪੁਲਿਸ ਟੁਕ ਟਾਈਮਲੀ ਐਕਸ਼ਨ, ਐਡਵਰਬ ਹੈ ਟਾਈਮਲੀ। ਹਰੀਸ਼ ਆਲਵੇਜ਼ ਵੇਕਸ ਅਪ ਐਟ 5 o'clock, ਤੇ ਵੇਕਸ ਅਪ ਹੋ ਗਿਆ ਵਰਬ, ਤੇ ਆਲਵੇਜ਼ ਹੋ ਗਿਆ ਐਡਵਰਬ। ਆਈ ਕੇਮ ਹੋਮ अर्ਲੀ ਫਰੋਮ ਦਾ ਆਫਿਸ, ਤੇ ਐਡਵਰਬ ਹੈ अर्ਲੀ। ਆਈ ਚੈੱਕਡ ਮਾਈ ਪਰਸ ਥੋਰੋਲੀ ਬਟ ਕੁਡ ਨਾਟ ਫਾइंड द ਪੈਨ, ਤੇ ਥੋਰੋਲੀ ਹੋ ਗਿਆ ਐਡਵਰਬ। ਪਲੀਜ਼ ਕਮ ਕੁਆਇਟਲੀ ਇਨ ਮਾਈ ਰੂਮ, ਤੇ ਐਡਵਰਬ ਹੋ ਗਿਆ ਕੁਆਇਟਲੀ। ਹੀ ਵਾਕਡ ਸਲੋਲੀ ਆਫਟਰ ਦ ਆਪਰੇਸ਼ਨ, ਤੇ ਐਡਵਰਬ ਹੋ ਗਿਆ ਸਲੋਲੀ। ਵੇਅਰ ਡਿਡ ਯੂ ਗੋ ਯੈਸਟਰਡੇ, ਤੇ ਐਡਵਰਬ ਹੋ ਗਿਆ ਯੈਸਟਰਡੇ। ਰਾਈਟ ਕਲੀਅਰਲੀ, ਤੇ ਐਡਵਰਬ ਹੈ ਕਲੀਅਰਲੀ। ਤੇ ਹੁਣ ਅਸੀਂ ਐਕਟੀਵਿਟੀ 10 ਵਿੱਚ ਕੀ ਕਰਨਾ ਕਿ ਜਿਹੜੇ ਸੈਂਟੈਂਸਸ ਅਸੀਂ ਐਕਟੀਵਿਟੀ 9 ਵਿੱਚ ਪੜ੍ਹੇ ਸੀਗੇ ਉਹਨਾਂ ਵਿੱਚੋਂ ਵਰਬ ਅਤੇ ਐਡਵਰਬ ਨੂੰ ਵੱਖਰੇ ਵੱਖਰੇ ਟੇਬਲਸ ਵਿੱਚ ਲਿਖਣਾ ਹੈ। ਜਿਵੇਂ ਫਸਟ ਹੋ ਗਿਆ ਕੈਪਟ ਕੇਅਰਫੁਲੀ, ਤੇ ਸੈਕਿੰਡ ਵਿੱਚ ਵਰਬ ਹੋ ਗਿਆ ਵਾਕਸ, ਤੇ ਐਡਵਰਬ ਹੋ ਗਿਆ ਗ੍ਰੇਸਫੁਲੀ। ਟੁਕ ਟਾਈਮਲੀ, ਵੇਕਸ ਆਲਵੇਜ਼, ਕੇਮ अर्ਲੀ, ਚੈੱਕਡ ਥੋਰੋਲੀ, ਕਮ ਕੁਆਇਟਲੀ, ਵਾਕਡ ਸਲੋਲੀ, ਗੋ ਯੈਸਟਰਡੇ, ਰਾਈਟ ਕਲੀਅਰਲੀ। ਤੇ ਇਹ ਤਾਂ ਸੀਗੀ ਐਕਟੀਵਿਟੀ 10। ਹੁਣ ਅਸੀਂ ਕਰਾਂਗੇ ਐਕਟੀਵਿਟੀ 11। ਦਾ ਪੋਇਮ ਇਜ਼ ਅਬਾਊਟ ਰਾਈਟਿੰਗ ਅ ਲੈਟਰ, ਰਾਈਟ ਦਾ ਸਟੈਪਸ ਆਫ ਰਾਈਟਿੰਗ ਅ ਲੈਟਰ ਮੈਂਸ਼ਨਡ ਇਨ ਦਾ ਪੋਇਮ, ਵਨ ਇਜ਼ ਡਨ ਫॉर ਯੂ। ਤੇ ਹੁਣ ਅਸੀਂ ਕਿਹੜੇ ਸਟੈਪਸ ਨੇ ਫੋਲੋ ਕਰਨੇ ਹਨ ਜਦੋਂ ਅਸੀਂ ਲੈਟਰ ਨੂੰ ਲਿਖਣਾ ਹੈ, ਤੇ ਉਹ ਸਟੈਪਸ ਹਨ ਰਾਈਟਿੰਗ ਦਾ ਡੇਟ ਕਲੀਅਰਲੀ, ਪਹਿਲਾਂ ਤਾਂ ਅਸੀਂ ਡੇਟ ਪਾਣੀ ਹੈ। ਪੁੱਟ ਦਾ ਰਾਈਟ ਐਡਰੈਸ, ਉਸ ਤੋਂ ਬਾਅਦ ਠੀਕ ਐਡਰੈਸ ਪਾਣਾ ਹੈ। ਇੰਕਲੂਡ ਅ ਸੈਲੂਟੇਸ਼ਨ, ਸੈਲੂਟੇਸ਼ਨ ਹੁੰਦਾ ਹੈ ਕਿ ਅਭਿਵਾਦਨ ਕਰਨਾ, ਜਿਵੇਂ ਕਿ ਡੀਅਰੈਸਟ ਮੰਮੀ ਲਿਖਿਆ ਸੀਗਾ। ਰਾਈਟ ਦਾ ਬੋਡੀ ਆਫ ਦਾ ਲੈਟਰ, ਫਿਰ ਅਸੀਂ ਬੋਡੀ ਆਫ ਦਾ ਲੈਟਰ ਲਿਖਣਾ, ਤੇ ਰਾਈਟ ਦਾ ਐਂਡਿੰਗ ਆਫ ਦਾ ਲੈਟਰ, ਤੇ ਐਂਡ ਵਿੱਚ ਅਸੀਂ ਐਂਡਿੰਗ ਲਿਖਣੀ ਆ। ਤੇ ਇਹ ਤਾਂ ਸੀਗੇ ਲੈਟਰ ਲਿਖਣ ਦੇ ਸਟੈਪਸ। ਪਰ ਜੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਐਡ ਕਰਨੀ ਹੈ ਤਾਂ ਤੁਸੀਂ ਲਿਖ ਸਕਦੇ ਹੋ ਪੇਸਟ ਦਾ ਸਟੈਂਪ ਇਨ ਦਾ ਐਨਵੈਲਪ, ਤੇ ਪੁੱਟ ਦਾ ਐਨਵੈਲਪ ਇਨ ਦਾ ਪੋਸਟ ਬਾਕਸ। ਤੇ ਇਹ ਸਟੈਪਸ ਤੁਸੀਂ ਐਡ ਕਰ ਸਕਦੇ ਹੋ, ਜੇ ਲਿਖਣਾ ਚਾਹੋ ਲਿਖ ਸਕਦੇ ਹੋ, ਜੇ ਨਹੀਂ ਵੀ ਲਿਖੋਗੇ ਤਾਂ ਵੀ ਕੋਈ ਗੱਲ ਨਹੀਂ। ਤੇ ਹੁਣ ਅਸੀਂ ਕਰਾਂਗੇ ਐਕਟੀਵਿਟੀ 12, ਤੇ ਇਹਨਾਂ ਵਿੱਚ ਅਸੀਂ ਪ੍ਰੋਨਾਊਂਸੀਏਸ਼ਨ ਸਿੱਖਾਂਗੇ ਕੁਝ ਵਰਡਸ ਦੀ, ਤੇ ਜਿਹੜੇ ਵਰਡਸ ਕੈਪੀਟਲ ਵਿੱਚ ਲਿਖੇ ਹੋਏ ਨੇ ਤੇ ਉਹਨਾਂ ਤੇ ਅਸੀਂ ਸਟ੍ਰੈਸ ਕਰਨਾ, ਉਹਨਾਂ ਤੇ ਅਸੀਂ ਜ਼ੋਰ ਪਾਣਾ। ਲੈਟਰ, ਤੇ ਆਰ ਸਾਇਲੈਂਟ ਹੈ, ਤੇ ਅਸੀਂ ਇਸ ਨੂੰ ਕਿਸ ਤਰ੍ਹਾਂ ਪ੍ਰੋਨਾਊਂਸ ਕਰਾਂਗੇ, ਲੈਟਰ। ਪੋਸਟ, ਮੋਸਟ। ਪਰਸਨ, ਤੇ ਆਰ ਸਾਇਲੈਂਟ ਹੈ, ਤੇ ਅਸੀਂ ਕਹਾਂਗੇ ਪਰਸਨ। ਐਡਰੈਸ, ਬਿਗਿਨ, ਟਰੈਵਲਸ, ਐਂਸ਼ੀਅਸ, ਐਨਵੈਲਪ। ਤੇ ਜਿਹੜੇ ਵਰਡਸ ਕੈਪੀਟਲ ਵਿੱਚ ਲਿਖੇ ਹਨ ਅਤੇ ਉਹਨਾਂ ਤੇ ਅਸੀਂ ਫੋਕਸ ਕਰਨਾ। ਤੇ ਐਂਡ ਵਿੱਚ ਅਸੀਂ ਸਿੱਖਾਂਗੇ ਮੈਸੇਜ ਲਿਖਣਾ। ਤੇ ਪਹਿਲਾਂ ਅਸੀਂ ਇੰਟਰੋਡਕਸ਼ਨ ਪੜ੍ਹ ਲੈਂਦੇ ਹਾਂ। ਡੂ ਯੂ ਨੋ ਹਿਊਮਨ ਬੀਇੰਗਸ ਹੈਵ ਪ੍ਰੋਗਰੈਸ ਸੋ ਮਚ ਐਂਡ ਐਨੀਮਲਸ ਹੈਵ ਨਾਟ, ਇਟ ਇਜ਼ ਬਿਕੋਜ਼ ਹਿਊਮਨਸ ਹੈਵ ਲੈਂਗੁਏਜ, ਐਨੀਮਲਸ ਡੂ ਨਾਟ। ਹਿਊਮਨ ਲੈਂਗੁਏਜ ਹੈਜ਼ no limits, you can make infinite number of sentences, animal language is limited। ਤੇ ਮਨੁੱਖਾਂ ਨੇ, ਹਿਊਮਨਸ ਨੇ ਜਾਨਵਰਾਂ ਦੇ ਮੁਕਾਬਲੇ, ਐਨੀਮਲਸ ਦੇ ਮੁਕਾਬਲੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ, ਕਿਉਂਕਿ ਹਿਊਮਨਸ ਕੋਲ ਭਾਸ਼ਾ ਹੈ, ਲੈਂਗੁਏਜ ਹੈ, ਬਟ ਐਨੀਮਲਸ ਕੋਲ ਭਾਸ਼ਾ ਨਹੀਂ ਹੈ। ਤੇ ਹਿਊਮਨ ਲੈਂਗੁਏਜ ਦੀ ਕੋਈ ਲਿਮਿਟ ਨਹੀਂ ਹੈ, ਤੇ ਅਸੀਂ ਇਨਫਾਈਨਾਈਟ ਜਿੰਨੇ ਮਰਜ਼ੀ ਅਸੀਂ ਸੈਂਟੈਂਸਸ ਬਣਾ ਸਕਦੇ ਹਾਂ, ਬਟ ਐਨੀਮਲਸ ਦੀ ਜਿਹੜੀ ਲੈਂਗੁਏਜ ਹੁੰਦੀ ਹੈ ਉਹ ਲਿਮਿਟਿਡ ਹੁੰਦੀ ਹੈ। ਵੀ ਯੂਜ਼ ਲੈਂਗੁਏਜ ਫॉर ਟਾਕਿੰਗ, ਰੀਡਿੰਗ, ਰਾਈਟਿੰਗ, ਲਿਸਨਿੰਗ। ਵੀ ਸ਼ੁੱਡ ਕੀਪ ਟਰਾਈਂਗ ਟੂ ਸਪੀਕ ਵੈਲ ਐਂਡ ਰਾਈਟ ਵੈਲ। ਤੇ ਅਸੀਂ ਲੈਂਗੁਏਜ ਦੀ ਵਰਤੋਂ ਕਰਦੇ ਹਾਂ, ਭਾਸ਼ਾ ਦੀ ਵਰਤੋਂ ਕਰਦੇ ਹਾਂ ਬੋਲਣ ਲਈ, ਲਿਖਣ ਲਈ, ਪੜ੍ਹਨ ਲਈ, ਸੁਣਨ ਲਈ। ਤੇ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਨੀ ਹੈ ਕਿ ਅਸੀਂ ਚੰਗਾ ਬੋਲੀਏ ਤੇ ਚੰਗਾ ਲਿਖੀਏ। ਤੇ ਹੁਣ ਅਸੀਂ ਸਿੱਖਾਂਗੇ ਕਿ ਮੈਸੇਜ ਕੀ ਹੁੰਦਾ ਤੇ ਮੈਸੇਜ ਕਿਸ ਤਰ੍ਹਾਂ ਅਸੀਂ ਲਿਖਣਾ ਹੈ। ਅ ਮੈਸੇਜ ਇਜ਼ ਸ਼ਾਰਟ, ਇਟ ਹੈਜ਼ ਇਨਫੋਰਮੇਸ਼ਨ for someone. These days we can use mobile phones to talk, but it is still important to know how to write a brief message। ਇਹ ਮੈਸੇਜ ਇੱਕ ਸ਼ਾਰਟ ਮੈਸੇਜ ਹੁੰਦਾ, ਛੋਟਾ ਜਿਹਾ ਸੁਨੇਹਾ ਹੁੰਦਾ ਤੇ ਇਸ ਵਿੱਚ ਕੋਈ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ ਕਿਸੇ ਦੇ ਬਾਰੇ। ਤੇ ਅੱਜ ਦੇ ਜ਼ਮਾਨੇ ਵਿੱਚ ਸਾਡੇ ਕੋਲ ਮੋਬਾਈਲ ਫੋਨਸ ਹਨ ਗੱਲਾਂ ਕਰਨ ਲਈ, ਪਰ ਫਿਰ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਮੈਸੇਜ ਹੈ ਕਿਸ ਤਰ੍ਹਾਂ ਲਿਖਣਾ। ਤੇ ਕਿਹੜੇ ਸਟੈਪਸ ਨੇ, ਪਲੇਸ ਦਾ ਮੈਸੇਜ ਵਿਦ ਇਨ ਅ ਬਾਕਸ, ਤੇ ਇੱਕ ਬਾਕਸ ਬਣਾਉਣਾ ਤੇ ਬਾਕਸ ਦੇ ਅੰਦਰ ਹੀ ਮੈਸੇਜ ਲਿਖਣਾ। ਡੂ ਨਾਟ ਰਾਈਟ ਦਾ ਐਡਰੈਸ ਆਫ ਦਾ ਸੈਂਡਰ ਔਰ ਦਾ ਰਿਸੀਵਰ, ਤੇ ਐਡਰੈਸ ਨਹੀਂ ਲਿਖਣਾ। ਡੂ ਨਾਟ ਐਕਸੀਡ ਦਾ ਵਰਡ ਲਿਮਿਟ ਆਫ 50 words, ਮੈਕਸੀਮਮ ਹੈ 50 ਸ਼ਬਦਾਂ ਵਿੱਚ ਹੋਣਾ ਚਾਹੀਦਾ। ਮੈਂਸ਼ਨ ਦਾ ਟਾਈਮ ਐਂਡ ਡੇਟ ਆਫ ਦਾ ਮੈਸੇਜ, ਤੇ ਮੈਸੇਜ ਵਿੱਚ ਡੇਟ ਐਂਡ ਟਾਈਮ ਹੋਣੇ ਚਾਹੀਦੇ ਨੇ। ਬਿਗਿਨ ਵਿਦ ਅ ਬਰੀਫ ਸੈਲੂਟੇਸ਼ਨ, ਪਹਿਲਾਂ ਵੀ ਅਭਿਵਾਦਨ ਕਰਨਾ, ਤੇ ਜਿਵੇਂ ਪੋਇਮ ਵਿੱਚ ਕੀਤਾ ਸੀਗਾ ਡੀਅਰੈਸਟ ਮੰਮੀ। ਰਾਈਟ ਐਂਡ ਰਿਪੋਰਟਡ ਸਪੀਚ, ਤੇ ਰਿਪੋਰਟਡ ਸਪੀਚ ਵਿੱਚ ਲਿਖਣਾ।
ਰਾਈਟ ਓਨਲੀ ਐਸੈਂਸ਼ੀਅਲ ਪੁਆਇੰਟਸ, ਡੂ ਨਾਟ ਐਡ ਐਨੀਥਿੰਗ ਐਕਸਟਰਾ, ਕਿ ਮੇਨ ਗੱਲਾਂ ਹੀ ਲਿਖਣੀਆਂ, ਐਕਸਟਰਾ ਇਨਫੋਰਮੇਸ਼ਨ ਨਹੀਂ ਲਿਖਣੀ। ਯੂ ਕੈਨ ਯੂਜ਼ ਐਬਰੀਵੇਸ਼ਨਸ ਐਂਡ ਸਿੰਬਲਸ, ਅਤੇ ਤੁਸੀਂ ਸ਼ਾਰਟ ਫਾਰਮ ਅਤੇ ਸਿੰਬਲਸ ਚਿੰਨ੍ਹ ਦੀ ਵਰਤੋਂ ਕਰ ਸਕਦੇ ਹੋ। ਰਾਈਟ ਯੂਰ ਨੇਮ ਐਟ ਦ ਐਂਡ ਆਫ ਦ ਮੈਸੇਜ, ਤੇ ਐਂਡ ਵਿੱਚ ਤੁਸੀਂ ਆਪਣਾ ਨਾਮ ਲਿਖਣਾ। ਕੀਪ ਇਟ ਇਨਫੋਰਮਲ ਲੈਂਗੁਏਜ ਵਿੱਚ ਤੁਸੀਂ ਲਿਖਣਾ। ਅਤੇ ਉਸ ਤੋਂ ਬਾਅਦ ਸਾਨੂੰ ਦਿੱਤਾ ਗਿਆ ਕਿ ਮੈਸੇਜ ਦਾ ਫਾਰਮੈਟ ਕਿ ਕਿਸ ਤਰ੍ਹਾਂ ਅਸੀਂ ਲਿਖਣਾ, ਅਤੇ ਇਸ ਫਾਰਮੈਟ ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਲਿਖਣਾ। ਅਤੇ ਐਕਟੀਵਿਟੀ 13 ਵਿੱਚ ਅਸੀਂ ਦੇਖਾਂਗੇ ਸੋਲਵਡ ਮੈਸੇਜ, ਅਤੇ ਐਕਟੀਵਿਟੀ 14 ਵਿੱਚ ਅਸੀਂ ਅਨਸੋਲਵਡ ਮੈਸੇਜ ਕਰਾਂਗੇ। ਅਤੇ ਪਹਿਲਾਂ ਅਸੀਂ ਸੋਲਵਡ ਮੈਸੇਜ ਦੇਖ ਲੈਂਦੇ ਹਾਂ। ਲੈਟਸ ਰੀਡ ਅ ਟੈਲੀਫੋਨਿਕ ਕਨਵਰਸੇਸ਼ਨ ਬਿਟਵੀਨ ਨਵਨੀਤ ਐਂਡ ਵਿਨੀਤਾ। ਅਤੇ ਨਵਨੀਤ ਅਤੇ ਵਿਨੀਤਾ ਦੇ ਵਿਚਕਾਰ ਫੋਨ 'ਤੇ ਕੀ ਗੱਲ ਹੋ ਰਹੀ ਹੈ। ਨਵਨੀਤ, ਹੈਲੋ, ਇਜ਼ ਦੈਟ 2626068, ਕੀ ਹੈ ਫੋਨ ਨੰਬਰ ਹੈ। ਵਿਨੀਤਾ, ਯੈਸ, ਹਾਂਜੀ। ਨਵਨੀਤ, ਐਮ ਆਈ ਟਾਕਿੰਗ ਟੂ ਹਰਨੀਤ, ਕਿ ਮੇਰੀ ਗੱਲ ਹਰਨੀਤ ਦੇ ਨਾਲ ਹੋ ਰਹੀ ਹੈ। ਵਿਨੀਤਾ, ਮੇ ਆਈ ਨੋ ਹੂ ਇਜ਼ ਕਾਲਿੰਗ, ਕਿ ਮੈਂ ਜਾਣ ਸਕਦੀ ਹਾਂ ਕਿ ਕੌਣ ਗੱਲ ਕਰ ਰਿਹਾ। ਨਵਨੀਤ, ਆਈ ਐਮ ਨਵਨੀਤ, ਆਈ ਸਟੱਡੀ ਇਨ ਦ ਸੇਮ ਕਾਲਜ ਐਜ਼ ਹਰਨੀਤ, ਇਜ਼ ਸ਼ੀ ਦੇਅਰ। ਮੇਰਾ ਨਾਮ ਨਵਨੀਤ ਹੈ, ਮੈਂ ਉਸੇ ਕਾਲਜ ਵਿੱਚ ਪੜ੍ਹਦੀ ਹਾਂ ਜਿਸ ਕਾਲਜ ਵਿੱਚ ਹਰਨੀਤ ਪੜ੍ਹਦੀ ਹੈ, ਕਿ ਉਹ ਇੱਧਰ ਹੀ ਆ। ਵਿਨੀਤਾ, ਨੋ, ਸ਼ੀ ਹੈਜ਼ ਗੋਨ ਟੂ ਮਾਰਕੀਟ, ਵਾਈ ਡੋਂਟ ਯੂ ਕਾਲ ਹਰ ਔਨ ਹਰ ਮੋਬਾਈਲ, ਕਿ ਉਹ ਤਾਂ ਮਾਰਕੀਟ ਗਈ ਹੈ ਪਰ ਤੁਸੀਂ ਉਸਦੇ ਮੋਬਾਈਲ ਫੋਨ ਵਿੱਚ ਕਾਲ ਕਿਉਂ ਨਹੀਂ ਕਰ ਲੈਂਦੇ। ਨਵਨੀਤ, ਆਈ ਟਰਾਈਡ ਬਟ ਇਟ ਵਾਜ਼ ਨਾਟ ਰੀਚੇਬਲ, ਆਈ ਨੀਡ ਟੂ ਗਿਵ ਹਰ ਅ ਮੈਸੇਜ, ਕਿ ਮੈਂ ਕੋਸ਼ਿਸ਼ ਕੀਤੀ ਪਰ ਉਸਦਾ ਫੋਨ ਹੈ ਰੀਚੇਬਲ ਨਹੀਂ ਸੀ, ਅਤੇ ਮੈਂ ਉਸਨੂੰ ਇੱਕ ਸੁਨੇਹਾ ਦੇਣਾ। ਵਿਨੀਤਾ, ਯੂ ਕੈਨ ਗਿਵ ਮੀ ਦਾ ਮੈਸੇਜ, ਤੁਸੀਂ ਉਹ ਸੁਨੇਹਾ ਮੈਨੂੰ ਦੇ ਸਕਦੇ ਹੋ। ਨਵਨੀਤ, ਟੈਲ ਹਰ ਡੈਟ ਦਾ ਟ੍ਰਿਪ ਫॉर ਟਮੋਰੋ ਹੈਜ਼ ਬੀਨ ਪੋਸਟਪੋਨ ਐਂਡ ਸ਼ੀ ਮਸਟ ਕਮ ਰੈਡੀ ਫॉर ਰੈਗੂਲਰ ਕਲਾਸਿਸ, ਅਤੇ ਉਸਨੂੰ ਇਹ ਮੈਸੇਜ ਦੇ ਦੇਣਾ ਕਿ ਕੱਲ੍ਹ ਦਾ ਟ੍ਰਿਪ ਹੈ ਉਹ ਪੋਸਟਪੋਨ ਹੋ ਚੁੱਕਿਆ, ਅਤੇ ਉਹ ਰੈਗੂਲਰ ਕਲਾਸਿਸ ਵਿੱਚ ਹੈ, ਉਹ ਆ ਜਾਏ। ਵਿਨੀਤਾ, ਆਈ ਵਿਲ ਟੈਲ ਹਰ, ਮੈਂ ਉਹਨੂੰ ਦੱਸ ਦੇਵਾਂਗੀ। ਨਵਨੀਤ, ਥੈਂਕ ਯੂ, ਧੰਨਵਾਦ। ਅਤੇ ਹੁਣ ਉਸ ਤੋਂ ਬਾਅਦ ਕੀ ਕਿ ਵਿਨੀਤਾ ਨੇ ਉਸਦੇ ਘਰ ਜਾਣਾ ਹਰਨੀਤ ਦੇ, ਅਤੇ ਮੈਸੇਜ ਉਸਦੇ ਰੈਫਰੀਜਰੇਟਰ ਵਿੱਚ ਲਿਖ ਕੇ ਪੇਸਟ ਕਰਨਾ। ਅਤੇ ਕੀ ਮੈਸੇਜ ਲਿਖੂਗੀ, ਪਹਿਲਾਂ ਲਿਖੂਗੀ ਉੱਪਰ ਟੌਪ 'ਤੇ ਮੈਸੇਜ, ਫਿਰ ਡੇਟ ਪਾਊਗੀ, ਲੈਫਟ ਸਾਈਡ ਰਾਈਟ ਸਾਈਡ ਟਾਈਮ, ਅਤੇ ਉਸ ਤੋਂ ਬਾਅਦ ਸੈਲੂਟੇਸ਼ਨ, ਹੈਲੋ ਹਰਨੀਤ, ਨਵਨੀਤ ਕਾਲ ਟੂ ਟੈਲ ਯੂ ਡੈਟ ਯੂਰ ਕਾਲਜ ਟ੍ਰਿਪ ਹੈਜ਼ ਬੀਨ ਪੋਸਟਪੋਨ ਐਂਡ ਦੇਅਰ ਵਿਲ ਬੀ ਰੈਗੂਲਰ ਕਲਾਸਿਸ ਟਮੋਰੋ, ਕਿ ਨਵਨੀਤ ਨੇ ਇਹ ਦੱਸਣ ਲਈ ਕਾਲ ਕੀਤਾ ਸੀਗਾ ਕਿ ਟ੍ਰਿਪ ਹੈ ਕਾਲਜ ਦਾ ਪੋਸਟਪੋਨ ਹੋ ਚੁੱਕਿਆ ਹੈ ਅਤੇ ਰੈਗੂਲਰ ਕਲਾਸਿਸ ਹੋਣਗੀਆਂ ਕੱਲ੍ਹ, ਅਤੇ ਥੱਲੇ ਆਪਣਾ ਨਾਮ ਵਿਨੀਤਾ। ਅਤੇ ਇਸੇ ਤਰ੍ਹਾਂ ਹੁਣ ਅਸੀਂ ਇੱਕ ਅਨਸੋਲਡ ਐਕਟੀਵਿਟੀ ਕਰਾਂਗੇ। ਐਕਟੀਵਿਟੀ 14, ਯੂ ਆਰ ਦਾ ਪ੍ਰਿੰਸੀਪਲ ਆਫ ਅ ਸਕੂਲ, ਯੂ ਹੈਵ ਰਿਸੀਵਡ ਅ ਫੋਨ ਕਾਲ ਫਰੋਮ ਸਟੂਡੈਂਟਸ ਫਾਦਰ, ਕਿ ਤੁਸੀਂ ਸਕੂਲ ਦੇ ਪ੍ਰਿੰਸੀਪਲ ਹੋ, ਤਾਂ ਇੱਕ ਬੱਚੇ ਦੇ ਪਿਤਾ ਜੀ ਦਾ ਤੁਹਾਨੂੰ ਕਾਲ ਆਇਆ। ਦ ਨੇਮ ਆਫ ਦ ਸਟੂਡੈਂਟ ਇਜ਼ ਅਮਰਿੰਦਰ, ਅਤੇ ਬੱਚੇ ਦਾ ਨਾਮ ਅਮਰਿੰਦਰ ਹੈ। ਹੀ ਸਟੱਡੀਜ਼ ਇਨ 6th ਕਲਾਸ, ਜੋ ਕਿ 6ਵੀਂ ਵਿੱਚ ਪੜ੍ਹਦਾ। ਹਿਸ ਫਾਦਰ ਸੈਡ ਡੈਟ ਅਮਰਿੰਦਰਸ ਗ੍ਰੈਂਡਮਦਰ ਇਜ਼ ਨਾਟ ਵੈਲ ਐਂਡ ਹੀ ਸ਼ੁੱਡ ਰੀਚ ਹੋਮ ਕੁਇਕਲੀ, ਅਤੇ ਉਸਦੇ ਪਿਤਾ ਜੀ ਨੇ ਇਹ ਮੈਸੇਜ ਦਿੱਤਾ ਹੈ ਕਿ ਪ੍ਰਿੰਸੀਪਲ ਨੂੰ ਕਿ ਅਮਰਿੰਦਰ ਦੇ ਦਾਦੀ ਜੀ ਬਿਮਾਰ ਹਨ ਅਤੇ ਉਸਨੂੰ ਛੇਤੀ ਘਰ ਆਉਣਾ ਚਾਹੀਦਾ ਹੈ। ਰਾਈਟ ਅ ਮੈਸੇਜ ਫॉर ਦ ਸਟੂਡੈਂਟ, ਅਤੇ ਹੁਣ ਤੁਸੀਂ ਮੈਸੇਜ ਲਿਖੋਗੇ ਸਟੂਡੈਂਟ ਦੇ ਲਈ। ਅਤੇ ਅਸੀਂ ਕਿਸ ਤਰ੍ਹਾਂ ਲਿਖਾਂਗੇ, ਮੈਸੇਜ, ਫਿਰ ਡੇਟ ਪਾਵਾਂਗੇ, ਫਿਰ ਟਾਈਮ ਪਾਵਾਂਗੇ, ਡੀਅਰ ਅਮਰਿੰਦਰ, ਸੈਲੂਟੇਸ਼ਨ, ਯੂਰ ਫਾਦਰ ਕਾਲ ਟੂ ਟੈਲ ਯੂ ਡੈਟ ਯੂਰ ਗ੍ਰੈਂਡਮਦਰ ਇਜ਼ ਨਾਟ ਵੈਲ ਐਂਡ ਯੂ ਸ਼ੁੱਡ ਰੀਚ ਹੋਮ ਕੁਇਕਲੀ, ਪ੍ਰਿੰਸੀਪਲ, ਕਿ ਤੁਹਾਡੇ ਪਿਤਾ ਜੀ ਨੇ ਇਹ ਦੱਸਣ ਲਈ ਕਾਲ ਕੀਤਾ ਸੀਗਾ ਕਿ ਤੁਹਾਡੇ ਦਾਦੀ ਜੀ ਨੇ ਉਹ ਬਿਮਾਰ ਨੇ ਅਤੇ ਤੁਸੀਂ ਛੇਤੀ ਹੀ ਘਰ ਪਹੁੰਚੋ।